ਪ੍ਰੇਜ਼ ਦਾ ਲਾਰਡ। ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਬ੍ਰਦਰ ਕਵਾਲ ਜੀ, ਆਪਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਹਾਲੇਲੂਇਆ। ਕਿ ਆਪਾਂ ਨੂੰ ਇੱਕ ਵਾਰੀ ਫਿਰ ਮੌਕਾ ਮਿਲਿਆ ਕਿ ਅਸੀਂ ਬਾਈਬਲ ਸਟੱਡੀ ਕਰ ਸਕੀਏ, ਪ੍ਰੇਜ਼ ਦਾ ਲਾਰਡ। ਬੱਚਿਆਂ ਨੂੰ ਸਿੱਖ ਸਕੀਏ। ਔਰ ਬਾਈਬਲ ਸਟੱਡੀ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਟੌਪਿਕ ਆਪਣੇ ਹਾਲੇ ਹੈਗੇ ਕਾਫੀ ਰਹਿੰਦੇ ਆ ਜੀ। ਉਸ ਤੋਂ ਪਹਿਲਾਂ ਆਪਾਂ ਭਜਨ ਸਾਮਜ਼ ਜੀ ਪੜ੍ਹਦੇ ਹਾਂ ਜੀ। 144 ਦੀਆਂ ਪਹਿਲੀਆਂ 4 ਆਇਤਾਂ। ਠੀਕ ਹੈ ਜੀ। ਸਾਮਜ਼ ਭਜਨ ਜ਼ਬੂਰ 144 ਵਰਸ 1 to 4। ਹਾਂਜੀ, ਠੀਕ ਹੈ ਜੀ। ਉਸ ਦੇ ਵਿੱਚ ਲਿਖਿਆ ਹੈਗਾ, ਉਸ ਦੇ ਉੱਪਰ ਸਿਰਲੇਖ ਜੋ ਹੈ ਜੀ ਉਹ ਹੈ ਯਹੋਵਾ ਰਾਖਾ ਤੇ ਰੱਖਿਅਕ ਹੈ ਜੀ। ਦਾਊਦ ਦਾ ਭਜਨ। ਹਾਂਜੀ, ਇਹ ਨਾ ਠੀਕ ਹੈ। ਯਹੋਵਾ ਮੇਰੀ ਚਟਾਨ ਮੁਬਾਰਕ ਹੋਵੇ, ਹਾਲੇਲੂਇਆ। ਜੋ ਮੇਰੇ ਹੱਥਾਂ ਨੂੰ ਯੁੱਧ ਕਰਨਾ ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ। ਆਮੇਨ। ਮੇਰੀ ਦਇਆ ਮੇਰਾ ਗੜ੍ਹ, ਮੇਰਾ ਉੱਚਾ ਸਥਾਨ ਅਤੇ ਮੇਰਾ ਛੁਡਾਉਣ ਵਾਲਾ, ਮੇਰੀ ਢਾਲ ਅਤੇ ਉਹ ਜਿਹਦੇ ਵਿੱਚ ਮੈਂ ਪਨਾਹ ਲੈਂਦਾ ਹਾਂ, ਜੋ ਮੇਰੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ। ਹਾਲੇਲੂਇਆ। ਹੇ ਯਹੋਵਾ, ਆਦਮੀ ਕੀ ਹੈ ਜੋ ਤੂੰ ਉਹਨੂੰ ਸਿਆਣੇ, ਤੇ ਆਦਮ ਦਾ ਵੰਸ਼ ਕੀ ਹੈ ਜੋ ਤੂੰ ਉਹਦਾ ਖਿਆਲ ਕਰੇ। ਆਦਮੀ ਸਵਾਸ ਹੀ ਜਿਹਾ ਹੈ, ਉਹਦੇ ਦਿਨ ਢਲਦੇ ਸਾਏ ਵਰਗੇ ਹਨ। ਹਾਂਜੀ, ਇੰਨਾ ਹੈ। ਹਾਂਜੀ, ਇਹ ਯਹੋਵਾ ਆਪਣੇ ਆਕਾਸ਼ ਨੂੰ ਝੁਕਾ ਤੇ ਉਤਾਰ ਆ, ਉੱਤਰ ਆ। ਹਾਂਜੀ, ਪਹਾੜਾਂ ਨੂੰ ਛੋਹ ਤੇ ਧੂਆਂ ਨਿਕਲੇ। ਹਾਂਜੀ, ਹਾਲੇਲੂਇਆ। ਹਾਲੇਲੂਇਆ। सचमुच परमेश्वर पिता आप महान हो, सर्वशक्तिमान हो। आपने इंसान ਨੂੰ ਬਣਾਇਆ, इंसान आप ਦੀ ਰਚਨਾ ਹੈ ਔਰ ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਪਿਆਰ, ਦਇਆ, ਰਹਿਮ, ਕਿਰਪਾ ਦੇ ਲਈ। ਹਾਲੇਲੂਇਆ। ਪਰਮੇਸ਼ਰ ਪਿਤਾ, ਆਪ ਦੇ ਪਿਆਰ, ਦਇਆ, ਰਹਿਮ, ਕਿਰਪਾ ਤੋਂ ਬਿਨਾਂ ਅਸੀਂ ਕੁਛ ਨਹੀਂ ਹਾਂ। ਪਰਮੇਸ਼ਰ ਪਿਤਾ, ਸਾਡਾ ਕੋਈ ਵਜੂਦ ਨਹੀਂ ਹੈ। ਆਪ ਨੇ ਇਹ ਸਾਡੇ 'ਤੇ ਦਇਆ ਕੀਤੀ, ਰਹਿਮ ਕੀਤਾ ਕਿ ਆਪ ਨੇ ਸਾਨੂੰ ਚੁਣ ਲਿਆ, ਸਾਡੇ ਪਾਪਾਂ ਤੋਂ ਸਾਨੂੰ ਮਾਫ਼ ਕੀਤਾ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਨਾਲ ਧੋ ਕੇ। ਪਰਮੇਸ਼ਰ ਪਿਤਾ, ਆਪ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ, ਜਿੰਨੀ ਵੀ ਪਰਮੇਸ਼ਰ ਪਿਤਾ ਆਪ ਦੀ ਵਡਿਆਈ ਸ਼ੁਕਰ ਕੀਤਾ ਜਾਵੇ, ਓਨਾ ਹੀ ਥੋੜ੍ਹਾ ਹੈ। ਪਰਮੇਸ਼ਰ ਪਿਤਾ, ਆਪ ਹੀ ਸਾਡੀ ਚਟਾਨ ਹੋ, ਆਪ ਹੀ ਸਾਡਾ ਗੜ੍ਹ ਹੋ। ਪਰਮੇਸ਼ਰ ਪਿਤਾ, ਆਪ ਹੀ ਦੇ ਵਿੱਚ ਅਸੀਂ ਸੁਰੱਖਿਅਤ ਹਾਂ। ਪਰਮੇਸ਼ਰ, ਸੁਰੱਖਿਅਤ ਹਾਂ, ਸੇਫ ਹਾਂ। ਪਰਮੇਸ਼ਰ ਪਿਤਾ, ਹਿਫਾਜ਼ਤ ਮਹਿਫੂਜ਼ ਹਾਂ। ਪਰਮੇਸ਼ਰ ਪਿਤਾ, ਆਪ ਹੀ ਹੋ। ਪਰਮੇਸ਼ਰ ਪਿਤਾ, ਜੋ ਸਾਡੀ ਆਪ ਦੀ ਪਨਾਹ ਦੇ ਵਿੱਚ ਅਸੀਂ ਛੁਪ ਜਾਂਦੇ ਹਾਂ ਔਰ ਆਪ ਸਾਡੀ ਜੰਗ ਲੜਦੇ ਹੋ ਔਰ ਸਾਨੂੰ ਪ੍ਰੋਟੈਕਟ ਕਰਦੇ ਹੋ। ਅਸੀਂ ਆਪ ਨੂੰ, ਆਪਣੇ ਸਾਰੇ ਪਰਿਵਾਰਾਂ ਨੂੰ ਔਰ ਸੁਣਨ ਵਾਲਿਆਂ ਦੇ ਲਈ ਔਰ ਉਹਨਾਂ ਦੇ ਪਰਿਵਾਰਾਂ ਦੇ ਲਈ ਆਪ ਦੀ ਹਿਫਾਜ਼ਤ, ਆਪ ਦੀ ਪ੍ਰੋਟੈਕਸ਼ਨ ਮੰਗਦੇ ਹਾਂ। ਪਰਮੇਸ਼ਰ ਪਿਤਾ, ਔਰ ਇਹ ਸਾਰੀ ਬਾਈਬਲ ਸਟੱਡੀ ਨੂੰ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਆਪ ਦਾ ਲਿਖਿਆ ਹੋਇਆ ਵਚਨ ਪਰਮੇਸ਼ਰ ਪਿਤਾ ਨੂੰ ਪੜ੍ਹਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ। ਇਸ ਦੇ ਵਿੱਚ ਆਪ ਜੀ ਦੀ ਮਰਜ਼ੀ ਪੂਰੀ ਹੋਵੇ। ਪਵਿੱਤਰ ਆਤਮਾ ਜੀ ਸਾਨੂੰ ਗਾਈਡ ਕਰੋ, ਲੀਡ ਕਰੋ, ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ। ਹਾਂਜੀ ਬ੍ਰਦਰ ਜੀ। ਜੀ। ਜੈ ਮਸੀਹ ਦੀ। ਜੈ ਮਸੀਹ ਦੀ। ਮੈਂ ਕਿਹਾ ਤੁਸੀਂ ਕਹਿੰਦੇ ਹੁੰਦੇ, ਮੈਂ ਕਹਿ ਦਿੰਦਾ। ਪ੍ਰੇਜ਼ ਦਾ ਲਾਰਡ। ਤੇ ਹਾਂਜੀ, ਆਪਾਂ ਜੀ ਬਾਈਬਲ ਸਟੱਡੀ ਕਰ ਰਹੇ ਹੈਗੇ ਆ ਜੀ। ਪਹਿਲਾਂ ਆਪਾਂ ਕੀਤੀ ਸੀਗੀ ਪਵਿੱਤਰ ਆਤਮਾ ਦੇ ਉੱਪਰ ਚੱਲੀ ਬਾਈਬਲ ਸਟੱਡੀ, ਕਿਉਂਕਿ ਮਸੀਹੀ ਜੀਵਨ ਪਵਿੱਤਰ ਆਤਮਾ ਤੋਂ ਬਿਨਾਂ ਅਧੂਰਾ ਹੈ। ਜੋ ਪਰਮੇਸ਼ਰ ਦਾ ਮਕਸਦ ਹੈ ਉਹ ਪਵਿੱਤਰ ਆਤਮਾ ਤੋਂ ਬਿਨਾਂ ਅਸੀਂ ਉਹ ਅਧੂਰੇ ਹਾਂ। ਹਾਂਜੀ, ਸਮਝ ਹੀ ਨਹੀਂ ਸਕਦੇ। ਹਾਂਜੀ, ਤੇ ਆਤਮਾ ਦਾ ਉਹਦੇ ਨਾਲ ਫੈਲੋਸ਼ਿਪ ਹੋ ਰਹੀ ਬਹੁਤ ਸੰਗਤੀ ਬਹੁਤ ਜ਼ਰੂਰੀ ਹੈ। ਪਵਿੱਤਰ ਆਤਮਾ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਹਾਂਜੀ, ਤੇ ਆਪਾਂ ਦੇਖ ਰਹੇ ਹੈਗੇ ਹਾਂ ਜੀ, ਜਿਹੜੀ ਹਰ ਇੱਕ ਦੀ ਫਿਰ ਕਾਲਿੰਗ ਜੋ ਹੈ, ਵੱਖਰੀ ਵੱਖਰੀ ਸੇਵਕਾਈਆਂ ਵੀ ਦੇਖੀਆਂ ਜੀ। ਤੇ ਫਿਰ ਹੁਣ ਆਪਾਂ ਦੇਖ ਰਹੇ ਹੈਗੇ ਹਾਂ, ਪਿੱਛੇ ਆਪਾਂ ਇੱਕ ਸਟੱਡੀ ਕੀਤੀ ਸੀਗੀ ਜਿਹੜੀ ਆਪਣੇ ਜਿਹੜੇ ਪਵਿੱਤਰ ਆਤਮਾ ਦੀਆਂ ਦਾਤਾਂ, ਗਿਫਟਸ, ਤੋਹਫੇ ਜਿਹੜੇ ਹਨ, ਉਹਨਾਂ ਨੂੰ ਸੇਵਕਾਈ ਦੇ ਵਿੱਚ ਜੋ ਕਾਲਿੰਗ ਹੈ ਪਰਮੇਸ਼ਰ ਦੀ, ਜਿਸ ਮਕਸਦ ਲਈ ਸਾਨੂੰ ਇਸ ਨੇ ਇਸਤੇਮਾਲ ਕਰਨਾ ਹੈ, ਉਹ ਕਿੱਦਾਂ ਜਿਹੜੇ ਗਿਫਟ ਜਿਹੜੇ ਹੁੰਦੇ ਆ ਉਹ ਬਦਲਦੇ ਹੈਗੇ ਆ ਸੇਵਕਾਈ ਦੇ ਵਿੱਚ। ਹਾਂਜੀ, ਠੀਕ ਹੈ।
ਇਹਦੇ ਤੇ ਆਪਾਂ ਇੱਕ ਸਟੱਡੀ ਕਰ ਲਈ ਆ, ਹੁਣ ਇਹ ਦੂਸਰੀ ਠੀਕ ਕਰ ਹੈ। ਲੱਗੇ। ਹਾਂਜੀ ਹਾਂਜੀ। ਹਾਲੇਲੂਇਆ। ਬਿਲਕੁਲ ਇਹ ਬੜਾ ਅੱਛਾ ਸਵਾਲ। ਔਰ ਇਹਦੇ ਵਿੱਚ ਅਸੀਂ ਲਾਸਟ ਸਟੱਡੀ ਕੀਤੀ ਸੀ ਕਿ ਹਾਇਰ ਕਾਲਿੰਗ ਹੈ ਨਾ, ਉੱਚੀ ਬੁਲਾਹਟ ਹਾਂਜੀ। ਦੇ ਬਾਰੇ 'ਚ ਕਿ ਉਹ ਬੇਸਿਕ ਬਹੁਤ ਜ਼ਰੂਰੀ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਇਹ ਕੋਈ ਮਿਨਿਸਟਰੀ ਕਰਨਾ ਕੋਈ ਮਜ਼ਾਕ ਨਹੀਂ ਹੈ। ਠੀਕ ਹੈ। ਹਾਂਜੀ। ਔਰ ਚੂँਕਿ ਇਹ ਸ਼ੈਤਾਨ ਜਿਹੜਾ ਹੈ, ਡੈਵਲ ਜਿਹੜਾ ਹੈ, ਉਹ ਬਿਲਕੁਲ ਇਸ ਤਾੜ ਵਿੱਚ ਰਹਿੰਦਾ ਹੈ ਕਿ ਉਹ ਲੋਕ ਜਿਹੜੇ ਅੱਗੇ ਮਿਨਿਸਟਰੀ ਕਰਦੇ ਨੇ ਪਬਲਿਕਲੀ ਜਾਂ ਮਿਨਿਸਟਰੀ ਮੀਨਸ, ਤੇ ਉਹਨਾਂ ਨੂੰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮਤਲਬ ਨਾਕਾਮ ਕਰਦੇ ਹੈ ਨਾ। ਸੋ ਇਸ ਲਈ ਖੁਦਾ ਨੇ ਵੀ ਇਹ ਇੱਕ ਕਲਾਮ ਦੇ ਮੁਤਾਬਿਕ ਸਿਸਟਮ ਬਣਾਏ ਨੇ ਕਿ ਜਿਹੜੀ ਮੇਰੀ ਸੇਵਕਾਈ ਦਾ ਕੰਮ ਕਰਨ, ਨੰਬਰ 1 ਪਾਕ ਰੂਹ ਦੇ ਬੈਪਟਿਜ਼ਮ ਤੋਂ ਬਗੈਰ ਜਿਹੜਾ ਕੁਵਤ ਦਾ ਲਿਬਾਸ ਹੈ ਨਾ, ਬਿਲਕੁਲ, ਜਿਹਦਾ ਮਤਲਬ ਹੈ ਕਿ ਆਪਾਂ ਜ਼ਿਕਰ ਹੈ ਲੂਕਾ ਹੈ ਨਾ 24:49 ਵਰਸ ਵਿੱਚ, ਉਹ ਜ਼ਰੂਰੀ ਹੈ। ਸੋ ਹੁਣ ਬੁਲਾਏ ਤੇ ਸਾਰੇ ਗਏ ਨੇ, ਹੁਣ ਚੁਣੇ ਉਹ ਹੀ ਜਾਂਦੇ ਨੇ ਜਿਹੜੇ ਇਹ ਜਿਹੜੀਆਂ ਪਾਕ ਰੂਹ ਦੀਆਂ ਜਿਹੜੀਆਂ ਦਾਤਾਂ ਨੇ ਉਹ ਤੇ ਸਾਰਿਆਂ ਲਈ ਨੇ, ਸਾਰਿਆਂ ਲਈ ਨੇ। ਸੋ ਜਿਹੜੇ ਉਹਦੇ ਵਿੱਚ ਫਿਰ ਇਮਾਨਦਾਰ ਜਾਂ ਓਨੈਸਟ ਰਹਿੰਦੇ ਨੇ, ਉਹ ਫਿਰ ਇਸ ਦੇ ਵਿੱਚ ਉਹਨਾਂ ਦੀ ਪ੍ਰਮੋਸ਼ਨ ਹੋ ਜਾਂਦੀ ਹੈ। ਹੁਣ ਗੱਲ ਇਹ ਹੈ ਕਿ ਚਰਚ ਵਿੱਚ ਡਿਫਰੈਂਟ ਲੋਕਾਂ ਕੋਲ ਡਿਫਰੈਂਟ ਦਾਤਾਂ ਨਜ਼ਰ ਆਉਂਦੀਆਂ ਨੇ। ਸੋ ਚਰਚ ਲੀਡਰਸ਼ਿਪ ਇਸ ਤਰ੍ਹਾਂ ਕਰਦੇ ਨੇ ਕਿ ਉਹਨਾਂ ਨੂੰ ਜਿਹੜੀ ਵੀ ਦਾਤ ਉਹਨਾਂ ਕੋਲ ਹੈਗੀ ਹੈ, ਉਹ ਚਾਹੁੰਦੇ ਨੇ ਕਿ ਇਹ ਜਿਹੜਾ ਹੈ ਇਹ ਸੇਵਕਾਈ ਲਈ ਯੂਜ਼ ਹੋਣ, ਹੈ ਨਾ, ਨਾ ਕਿ ਉਹਨਾਂ ਲਈ ਬਲਕਿ। ਸੋ ਉਹਦਾ ਕਰਦੇ ਕੀ ਨੇ, ਤਰੀਕਾ ਕਾਰ ਇਹ ਵੇ ਕਿ ਨੰਬਰ 1 ਉਹ ਜਿਹੜੇ ਚਰਚ ਲੀਡਰਸ਼ਿਪ ਹੈ, ਅਸਲ ਵਿੱਚ ਇੰਚਾਰਜ ਤੇ ਯਿਸੂ ਹੈ ਨਾ, ਔਰ ਪ੍ਰਭੂ ਯਿਸੂ ਮਸੀਹ ਨੇ ਹੀ ਇਹ 5-fold ਮਿਨਿਸਟਰੀ ਵੀ ਦਿੱਤੀ ਹੈ ਚਰਚ ਨੂੰ। ਇਫਸੀਆਂ 4 ਦੀ ਮੇਰਾ ਮਤਲਬ ਹੈ 11 ਦੇ ਵਿੱਚ 5-fold ਮਿਨਿਸਟਰੀ ਹੈ, ਤੇ 11 ਤੋਂ 13 ਆਇਤ ਜਿਹੜੀ ਹੈ ਭਈ ਕਿਉਂ ਦਿੱਤੀ ਹੈ, ਤਾਂ ਕਿ ਸਾਰੀ ਜਿਹੜੇ ਨੇ ਉਹ ਸਿੱਧ ਹੋ ਜਾਣ, ਸੇਵਕਾਈ ਦਾ ਕੰਮ ਚੰਗੇ ਤਰੀਕੇ ਨਾਲ ਕੀਤਾ ਜਾਏ। ਠੀਕ ਹੈ। ਅੱਛਾ। ਸੋ ਹਾਂਜੀ, ਇਸ ਲਈ ਕਿ ਮਕਸਦ ਇਹ ਹੀ ਹੈ ਕਿ ਜਿਹੜੇ ਲੋਕ ਫਿਰ ਖਾਲੀ ਚਰਚ ਵਿੱਚ ਤੇ ਖਿਦਮਤ ਨਹੀਂ ਨਾ ਹੁੰਦੀ, ਹੈ ਨਾ। ਹਾਂ ਹਾਂ। ਤੇ ਇਹ ਚੂँਕਿ ਦੇਖੋ ਹਰ ਮਸੀਹੀ ਜਿਹੜਾ, ਸੌਰੀ ਤੁਸੀਂ ਪੜ੍ਹ ਲਓ। ਓਕੇ। ਹਾਂ, ਫਿਰ ਉਹ ਅੱਗੇ ਪੜ੍ਹਿਆ ਪਿਆ ਹੁੰਦਾ। ਜੀ ਜੀ ਸਟੱਡੀ ਜੇ ਪੜ੍ਹ ਲੈਂਦੇ। ਹਾਂਜੀ ਜੀ ਇਫਸੀਆਂ 4 ਦੀ 11 ਤੋਂ 13 ਜੀ ਵਿੱਚ ਲਿਖਿਆ ਹੈ, ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦਿੱਤਾ, ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ। ਨੰਬਰ 1 ਕੀ ਗੱਲ ਹੈ, ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਾਰੀ ਜਾਵੇ। ਮਸੀਹ ਦੀ ਸੇਧ ਜਦੋਂ ਤੱਕ ਅਸੀਂ ਸਭੇ ਨਿਸ਼ਚਾ ਦੀ ਅਤੇ ਪਰਮੇਸ਼ਰ ਦੇ ਪੁੱਤਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦੂਪਣੋਂ ਪਤਾ ਨਹੀਂ, ਯਾਨੀ ਪੂਰੇ ਪਰਫੈਕਸ਼ਨ ਵਿੱਚ ਚੱਲੀਏ। ਇੱਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੱਕ ਨਾ ਪਹੁੰਚੀ। ਹਾਂਜੀ। ਸੋ ਗੱਲ ਇਹ ਹੈ। ਸੋ ਮਤਲਬ ਇਹ ਵੇ ਕਿ ਪਹਿਲੇ ਤੇ ਇਹ ਜਿਹੜੀਆਂ ਸੇਵਕਾਈਆਂ ਨੇ, ਇਹਨਾਂ ਦਾ ਮਕਸਦ ਹੀ ਇਹ ਵੇ ਕਿ ਹਰ ਮਸੀਹੀ ਨੂੰ ਇਹ ਕੰਮ ਕਰਨੇ ਨੇ, ਕਿਉਂਕਿ ਗ੍ਰੇਟ ਕਮਿਸ਼ਨ ਇਹੀ ਹੈ। ਠੀਕ ਹੈ। ਸੋ ਹੁਣ ਗੱਲ ਅਸੀਂ ਇਹ ਕਰ ਰਹੇ ਸਾਂ ਕਿਉਂਕਿ ਦੇਖੋ ਪ੍ਰਕਾਸ਼ ਦੀ ਪੋਥੀ ਉਹਦਾ ਪਹਿਲੇ ਪਾਰਟ ਦੀ 6ਵੀਂ ਆਇਤ ਤੇ 5 ਦੀ 10 ਆਇਤ ਦੇ ਵਿੱਚ ਹਰ ਮਸੀਹੀ ਜਿਹੜਾ ਹੈ ਉਹਦਾ ਇੱਕੋ ਹੀ ਟਾਈਟਲ ਹੈ ਕਿ ਉਹ ਪ੍ਰੀਸਟਹੁੱਡ ਮਿਨਿਸਟਰੀ ਦਿੱਤੀ ਗਈ ਹੈ। ਉਹਨੂੰ ਕੀ ਕਹਿੰਦੇ,
ਜਾਜਕ ਨੇ, ਚਾਹੇ ਉਹ ਲੇਡੀਜ਼ ਨੇ ਜਾਂ ਜੈਂਟਸ ਨੇ। ਅੱਛਾ, ਹੁਣ ਇਹ ਪੁਰਾਣੇ ਨੇਮ ਦੇ ਵਿੱਚ ਵੀ ਪਰਮੇਸ਼ਵਰ ਪ੍ਰਭੂ ਦਾ ਇਹੀ ਪਲਾਨ ਸੀ ਕਿ ਉਹ ਉਹਨਾਂ ਲੋਕਾਂ ਵਿੱਚੋਂ ਹੀ ਜਿਹੜੇ ਸਨ ਇਹ ਵਿਚੋਲੇ ਚੁਣ ਲੈਂਦਾ ਸੀ। ਸੋ ਹੁਣ ਇਹ ਨਵੇਂ ਨੇਮ ਦੇ ਵਿੱਚ ਦੇਖੋ, ਇਹ ਜਿਹੜੀ ਅਭਿਸ਼ੇਕ ਹੈ ਜਿਹਨੂੰ ਅਨੋਇੰਟਿੰਗ ਕਹਿੰਦੇ ਨੇ, ਮਸਾ, ਇਹ ਪੁਰਾਣੇ ਅਹਿਦਨਾਮੇ ਦੇ ਵਿੱਚ ਸੈਮੂਅਲ ਤੋਂ ਬਾਅਦ ਇਹ ਡਿਵਾਈਡਡ ਅਨੋਇੰਟਿੰਗ ਆ ਗਈ ਸੀ। ਯਾਨੀ ਮਤਲਬ ਹੈ ਕਿ ਬਾਦਸ਼ਾਹ ਦਾ ਮਸਾ ਹੋ ਗਿਆ, ਹੈ ਨਾ, ਤੇ ਕਾਹਿਨ ਦਾ ਮਸਾ ਹੋ ਗਿਆ, ਪ੍ਰੀਸਟ ਦਾ, ਕੋੜੀਆਂ ਦਾ ਮਸਾ। ਸੋ ਐਨੀਵੇ, ਲੇਕਿਨ ਜਦੋਂ ਪ੍ਰਭੂ ਯਿਸੂ ਮਸੀਹ ਆਏ ਨੇ, ਉਹ ਮਸਾ ਸਾਰਾ ਉਹਨਾਂ ਉੱਤੇ ਇਕੱਠਾ ਹੋ ਗਿਆ। ਠੀਕ ਹੈ, ਹਾਂ, ਸਾਰੀ। ਅੱਛਾ, ਹੁਣ ਕਹਿਣ ਦੀ ਗੱਲ ਇਹ ਹੈ, ਇਹ ਮਸਾ ਇਸ ਲਈ ਕਿ ਇਹ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਉਹ ਦੇਹ ਧਾਰ ਕੇ ਆਏ ਸਨ। ਉਹਨਾਂ ਨੂੰ ਮਸੇ ਦੀ ਕੀ ਲੋੜ ਸੀ? ਪਵਿੱਤਰ ਆਤਮਾ ਦੇ ਕੁਦਰਤ ਨਾਲ ਹੈ ਤੇ ਪਰਮੇਸ਼ਵਰ ਦਾ ਹੱਥ ਉੱਤੇ ਸੀ ਤੇ ਉਹ ਪੈਦਾ ਹੋਏ ਨੇ। ਲੇਕਿਨ ਫਿਰ ਵੀ ਉਹਨਾਂ ਨੇ ਯਸਾਇਆ 61, ਅਜ਼ਾਇਆ 61, ਯਸਾਇਆ 61 ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦਾ ਆਤਮਾ ਮੇਰੇ ਤੇ ਹੈ ਤੇ ਉਹਨੇ ਮੈਨੂੰ ਕੀ ਕੀਤਾ? ਬਲੈਸ ਕੀਤਾ। ਚੇਲਿਆਂ ਦੇ ਕਰਤੱਵ 10 ਦੀ 38 ਦੇ ਵਿੱਚ ਵੀ ਇਹ ਗੱਲ ਬੜੀ ਕਲੀਅਰ ਲਿਖੀ ਹੈ। ਅੱਛਾ, ਉਹ ਕਾਹਦੇ ਲਈ ਸੀ? ਉਹ ਇਸ ਲਈ ਸੀ ਕਿ ਉਹਨਾਂ ਨੇ ਵੀ ਇਸ ਸੇਵਕਾਈ ਦੇ ਵਿੱਚ ਉਤਰਨਾ ਸੀ ਤੇ ਡੈਵਲ ਜਿਹੜਾ ਹੈ ਉਹਦਾ ਮੁਕਾਬਲਾ ਕਰਨਾ ਸੀ। ਇਸ ਲਈ ਹਰ ਬਲੀਵਰਸ ਨੂੰ ਪਹਿਲੀ ਕੰਡੀਸ਼ਨ ਕਿ ਪਾਕ ਰੂਹ ਦਾ ਬਪਤਿਸਮਾ ਬਹੁਤ ਜ਼ਰੂਰੀ ਹੈ, ਕੂਵਤ ਦਾ ਲਿਬਾਸ। ਠੀਕ ਹੈ, ਔਰ ਫਿਰ ਅਸੀਂ ਦੇਖਦੇ ਹਾਂ ਕਿ ਸੇਵਕਾਈ ਤੋਂ ਪਹਿਲੇ ਪ੍ਰਭੂ ਯਿਸੂ ਮਸੀਹ ਹਾਲਾ ਬਚਪਨ ਵਿੱਚ ਹੀ ਪਵਿੱਤਰ ਆਤਮਾ ਦੀ ਅੰਡਰ ਟ੍ਰੇਨਿੰਗ ਵੀ ਹੋ ਗਏ ਸਨ। ਜ਼ਰੂਰਤ ਸੀ ਕਿਉਂਕਿ ਦੇਹ ਧਾਰ ਕੇ ਆਏ ਸਨ। ਠੀਕ ਹੈ, ਸੋ ਹੈ ਤੇ ਉਹ ਵੀ ਗੋਡ ਹੀ ਸਨ। ਲੇਕਿਨ ਚੂੰਕਿ ਯਸਾਇਆ 50 ਦੀ 4 ਤੁਸੀਂ ਦੇਖੋ ਨਾ, 3 ਤੋਂ 4 ਤੇ 5 ਆਇਤ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਬਿਆਨ ਪ੍ਰਭੂ ਯਿਸੂ ਕਹਿੰਦੇ ਨੇ ਕਿ ਉਹ ਪਵਿੱਤਰ ਆਤਮਾ ਮੈਨੂੰ ਰੋਜ਼ ਜਗਾਉਂਦਾ ਹੈ, ਮੇਰੇ ਕੰਨ ਖੋਲ੍ਹਦਾ ਹੈ ਤਾਂ ਕਿ ਮੈਂ ਇਹ ਪੜ੍ਹ ਦਿਓ ਆਇਤ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਜੇ ਯਿਸੂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਉਹ ਜਿਹਦੇ ਵਿੱਚ ਪਾਪ ਹੀ ਕੋਈ ਨਹੀਂ, ਜਿਹੜਾ ਸ਼ਬਦ ਦੇ ਧਾਰ ਕੇ ਆਇਆ ਹੈ ਨਾ, ਤੇ ਇਹ ਪੜ੍ਹ ਦਿਓ। ਇਹ ਇਸ ਲਈ ਸਾਨੂੰ ਵੀ ਅੱਜ ਜ਼ਰੂਰਤ ਹੈ ਜੀ, ਜੇ ਯਿਸੂ ਨੂੰ ਲੋੜ ਸੀ ਜੀ। ਪਲੀਜ਼। ਹਾਂਜੀ, ਯਸਾਇਆ 50 ਦੀ 3 ਤੋਂ 5 ਕਿੰਨੇ? ਹਾਂਜੀ, 4, 5 ਜਾਂ 3, 4, 5। ਓਕੇ, 3 ਤੋਂ 5 ਪੜ੍ਹ ਦਿੰਦੇ ਹਾਂ ਜੀ। ਉਸ ਵਿੱਚ ਲਿਖਿਆ ਹੈਗਾ, ਮੈਂ ਆਕਾਸ਼ ਨੂੰ ਕਾਲਕ ਪਹਿਨਾਉਂਦਾ ਹਾਂ ਅਤੇ ਉਹਨਾਂ ਦੇ ਉਡਣ ਲਈ ਤੱਪੜ ਪਾਉਂਦਾ ਹਾਂ। ਪ੍ਰਭੂ ਯਹੋਵਾ ਨੇ ਮੈਨੂੰ ਚੇਲਿਆਂ ਦੀ ਜ਼ਬਾਨ ਦਿੱਤੀ ਕਿ ਮੈਂ ਜਾਣਾ ਕਿ ਹੁੱਸੇ ਹੋਏ ਕਿ ਕਿਵੇਂ ਵਚਨ ਨਾਲ ਸਹਾਇਤਾ ਦੇਵਾਂ ਜੀ। ਉਹ ਫਿਰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ ਕਿ ਮੈਂ ਚੇਲਿਆਂ ਵਾਂਗੂ ਸੁਣਾ ਜੀ। ਪ੍ਰਭੂ ਯਹੋਵਾ ਨੇ ਮੇਰੇ ਕੰਨ ਖੋਲ੍ਹੇ ਤਾਂ ਕਿ ਮੈਂ ਨਾ ਆਕੀ ਹੋਇਆ ਨਾ ਪਿੱਛੇ ਹਟਿਆ। ਠੀਕ, ਅੱਗੇ 2 ਆਇਤਾਂ ਇਸ ਲਈ ਪੜ੍ਹ ਦੋ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਏ ਕਿ ਇਹ ਯਿਸੂ ਲਈ ਨੇ, ਹੋਰ ਕਿਸੇ ਨਬੀ ਰਸੂਲ ਜਾਂ ਕਿਸੇ ਹੋਰ ਗੁਰੂ ਦੇ ਲਈ ਜੀ। ਹਾਂਜੀ, ਫਿਰ ਅੱਗੇ ਕਹਿੰਦਾ ਜਿੱਦਾਂ ਮੈਂ ਲਿਖਿਆ, ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ ਅਤੇ ਆਪਣੀਆਂ ਗੱਲਾਂ ਦਾੜੀ ਪੁੱਟਣ ਵਾਲਿਆਂ ਨੂੰ ਦਿੱਤੀਆਂ। ਮੈਂ ਆਪਣਾ ਮੂੰਹ ਸ਼ਰਮ ਅਤੇ ਥੁੱਕ ਤੋਂ ਨਾ ਲੁਕਾਇਆ। ਠੀਕ ਹੈ, ਹਾਂਜੀ, ਠੀਕ ਹੈ, ਇਹ ਯਿਸੂ ਦੀ ਗੱਲ ਹੋ ਰਹੀ। ਹਾਂ, ਸੋ ਅੰਡਰ ਟ੍ਰੇਨਿੰਗ ਸਨ ਉਹਨਾਂ ਨੇ ਵੀ ਜ਼ਰੂਰਤ ਸੀ ਕਿਉਂਕਿ ਇੱਕ ਪਬਲਿਕ ਸੈਕਟਰ ਉੱਤੇ ਓਪਨ ਹੋ ਕਰ ਰਹੇ ਨੇ। ਹੁਣ ਆ ਜਾਈਏ, ਚਰਚ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਜਿਸ ਤਰ੍ਹਾਂ 5-fold ਮਿਨਿਸਟਰੀ ਜਾਂ ਆਲ ਟੂਗੈਦਰ ਆਪਾਂ ਦੇਖਿਆ ਸੀ ਕਿ ਮਿਨਿਸਟਰੀਜ਼ ਕੀ ਨੇ, ਦਾਤਾਂ ਕੀ ਨੇ ਤੇ ਮੋਟੀਵੇਸ਼ਨ ਗਿਫਟਸ ਜਾਂ ਕੀ ਨੇ। ਸੋ ਉਹਨਾਂ ਨੂੰ ਉਹ ਪਾਸਟਰਸ ਆਪਣੇ ਅੰਡਰ ਮੀਨਸ ਯਿਸੂ ਦੇ ਹੀ ਨੇ, ਉਹਨਾਂ ਨੂੰ ਇਹ ਇਖਤਿਆਰ ਦਿੱਤਾ ਗਿਆ ਨਾ, ਤੇ ਉਹ ਉਹਨਾਂ ਨੂੰ ਚਰਚ ਵਿੱਚ ਯੂਜ਼ ਕਰਦੇ ਨੇ।
ਠੀਕ ਹੈ, ਤਾਂ ਕਿ ਉਹ ਇਹ ਗੱਲਾਂ ਕਈ ਮਿਨਿਸਟਰੀ ਜਿਹੜਾ ਗਿਫਟ ਹੈ ਉਹਨੂੰ ਹੈਂਡਲਿੰਗ ਦੀ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਸੰਭਾਲਿਆ ਜਾਵੇ। ਉਹ ਫਿਰ ਉਹਨਾਂ ਨੂੰ ਦੱਸਦੇ ਨੇ, ਗਿਫਟ ਤੇ ਆਪਣੀ ਜਗ੍ਹਾ ਮੌਜੂਦ ਹੈ, ਲੇਕਿਨ ਉਹਨਾਂ ਨੂੰ ਦੱਸਦੇ ਨੇ ਕਿ ਇਹਨੂੰ ਇਸ ਤਰੀਕੇ ਨਾਲ ਕਰੋ, ਹੈ ਨਾ। 28 ਚੀਜ਼ਾਂ, ਤੇ ਉਹ ਉਹਨਾਂ ਦੇ ਅੰਡਰ ਫਿਰ ਉਹੀ ਪਾਸਟਰਸ, ਉਹੀ ਆਗੂ ਜਦੋਂ ਬਾਹਰ ਜਾਂਦੇ ਨੇ ਕਿਸੇ ਜਗ੍ਹਾ, ਉਹਨਾਂ ਨੂੰ ਨਾਲ ਖੜਦੇ ਨੇ ਤੇ ਉਹ ਨਾਲ ਉਹਨਾਂ ਦੇ ਮਦਦ ਕਰਦੇ ਨੇ, ਤੇ ਉਹ ਸਿੱਖ ਰਹੇ ਹੁੰਦੇ ਨੇ ਉਹਨਾਂ ਕੋਲ। ਅੱਛਾ, ਹੁਣ ਇਹ ਜ਼ਰੂਰੀ ਕਿਉਂ ਹੈ ਨਾ? ਇਹ ਜ਼ਰੂਰੀ, ਅਗਰ ਕਿਸੇ ਨੂੰ ਦਾਤ ਮਿਲ ਰਹੀ ਹੈ, ਉਹ ਇੱਕਦਮ ਬਗੈਰ ਕੋਚਿੰਗ ਜਾਂ ਬਗੈਰ ਕਿਸੇ ਕੀ ਕਹਿ ਲਓ ਉਹਨੂੰ, ਟ੍ਰੇਨਿੰਗ ਤੋਂ ਬਗੈਰ ਅਗਰ ਉਹ ਨਿਕਲ ਜਾਂਦਾ ਹੈ ਤਾਂ ਉਹ ਲਾਜ਼ਮੀ ਗੱਲ ਹੈ ਮਾਰ ਖਾਂਦਾ ਹੈ। ਸੋ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਪ੍ਰਭੂ ਯਿਸੂ ਨੂੰ ਪਵਿੱਤਰ ਆਤਮਾ ਨੇ ਟ੍ਰੇਨ ਕੀਤਾ, ਔਰ ਇੱਕ ਜਗ੍ਹਾ ਬਦਰੂ ਪ੍ਰਭੂ ਯਿਸੂ ਨੇ ਕੱਢੀ ਤੇ ਉਹਨਾਂ ਕਿਹਾ ਇਹ ਸ਼ੈਤਾਨ ਦੀ ਮਦਦ ਨਾਲ, ਜਾਂ ਉਹਦਾ ਜਿਹੜਾ ਬਦਰੂਆਂ ਦਾ ਸਰਦਾਰ ਹੈ ਬਾਜ਼ਬੋਲ ਦੀ ਮਦਦ ਨਾਲ, ਉਹਨੇ ਕਿਹਾ ਨਹੀਂ, ਮੈਂ ਪਵਿੱਤਰ ਆਤਮਾ ਦੀ ਮਦਦ ਨਾਲ ਕਰਨਾ। ਸੋ ਐਨੀਵੇ, ਉਹ ਫਿਰ ਹੁੰਦਾ ਕਿ ਇਹ ਕਿਉਂ ਜ਼ਰੂਰੀ ਹੈ। ਦੇਖੋ, ਪਿਛਲੀ ਵਾਰੀ ਤੁਸੀਂ ਬੜਾ ਅੱਛਾ ਇੱਕ ਪੁਆਇੰਟ ਦਿੱਤਾ ਸੀ, ਅਲੀਸ਼ਾ ਤੇ ਇਲਾਇਸ਼ਾ ਦਾ। ਅੱਛਾ, ਇਹ ਅਗਰ ਅਸੀਂ ਦੇਖੀਏ ਤੇ ਕਿਉਂ, ਕੁਝ ਹਵਾਲੇ ਪੜ੍ਹ ਦਿਓ। ਮੇਰੇ ਖਿਆਲ ਹੈ ਕਿ ਪਹਿਲਾ ਕਿੰਗਸ, ਹਾਂਜੀ, 19:9 ਤੇ 19 ਆਏ। ਇਹ ਕਿਸ ਤਰੀਕੇ ਨਾਲ ਇਹ ਅਲੀਸ਼ਾ ਉੱਤੇ ਦੁੱਗਣਾ ਮਸਾ ਆਇਆ, ਠੀਕ ਹੈ, ਕਿਉਂਕਿ ਉਹ ਉਹਦੇ ਨਾਲ ਰਿਹਾ। ਇਹ ਸਾਰੀ ਕਹਾਣੀ ਉੱਤੋਂ ਇੰਝ ਹੀ ਹੈ ਕਿ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਬਾਲ ਦੇ ਪੁਜਾਰੀ ਤੇ ਇਹਨਾਂ ਦੀ ਆਪਸ ਵਿੱਚ ਹੋਈ ਤੇ ਜੈਜ਼ਬੀਏਲ ਸੀਗੀ ਇੱਕ, ਉਹਦੇ ਪਿੱਛੇ ਪੈ ਗਈ। ਹਾਲਾਂਕਿ ਉਹਨਾਂ ਦੇ ਕਿੰਨੇ ਨਬੀਆਂ ਨੂੰ ਜਿਹੜਾ ਕਿ ਉਹ ਅੱਗ ਆਈ, ਉਹ ਮਜ਼ਬਾ ਸੀ ਆਲਟਰ ਉੱਤੇ, ਉਹ ਸਾਰਾ ਕੇਸ ਪਤਾ ਹੈ। ਸੋ ਫਿਰ ਇਹ ਡਰ ਗਿਆ, ਔਰ ਡਰ ਕੇ ਤੇ ਨੱਸ ਪਿਆ, ਹੈ ਨਾ, ਤੇ ਆਪਣੇ ਨੌਕਰ ਨੂੰ ਕਹਿੰਦਾ ਤੂੰ ਇੱਧਰ ਜਾ, ਮੈਂ ਉੱਧਰ ਜਾਣਾ, ਸਾਰਾ ਕੇਸ। ਲੇਕਿਨ ਇਹ ਦੋ ਆਇਤਾਂ ਪੜ੍ਹ ਦਿਓ ਤੇ ਕਿਸ ਤਰੀਕੇ ਨਾਲ ਫਿਰ ਖੁਦਾ ਨੇ ਉਹਨੂੰ ਕਿਹਾ ਸੀ ਕਿ ਤੂੰ ਹੁਣ ਇਹਨੂੰ ਨਾਲ ਰੱਖ, ਕਿਹਨੂੰ? ਅਲੀਸ਼ਾ ਨੂੰ, ਠੀਕ ਹੈ, ਜਾਂ ਇਲਾਇਸ਼ਾ ਨੂੰ ਕਿਹਾ, ਅਲੀਸ਼ਾ ਨੂੰ ਨਾਲ। ਅੰਗਰੇਜ਼ੀ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਦੇਖ ਰਹੇ। ਅੱਛਾ, ਤੇ ਉਹ ਦੋ ਆਇਤਾਂ ਪਹਿਲੇ ਪੜ੍ਹ ਦਿਓ। ਤੇ ਇਹ ਕਿਉਂ ਜ਼ਰੂਰੀ ਹੈ? ਜ਼ਰੂਰੀ ਇਹ ਹੁੰਦਾ ਹੈ ਕਿ ਜਿਹੜੇ ਆਲਰੇਡੀ ਅਭਿਸ਼ੇਕ ਹੁੰਦਾ ਹੈ, ਅਨਾਇੰਟਿੰਗ ਹੁੰਦੀ ਹੈ, ਉਹ ਉਹਨਾਂ ਲੋਕਾਂ ਦੇ ਨਾਲ ਰਹਿ ਕੇ ਉਹ ਉਹਨਾਂ ਦੇ ਅੰਦਰ ਇੰਪਾਰਟ ਹੁੰਦੀ ਹੈ। ਇਹ ਤਰੀਕਾ ਹੈ, ਠੀਕ ਹੈ। ਸੋ ਇੰਪਾਰਟ ਹੁੰਦੀ ਹੈ, ਜਿਸ ਤਰ੍ਹਾਂ ਉਹਨੂੰ ਕਹਿ ਲਓ ਕਿ ਮੈਂਟਲ ਕਹਿ ਲਓ। ਮੈਂਟਲ ਕੀ ਹੁੰਦਾ ਹੈ? ਇੱਕ ਚਾਦਰ ਹੈ, ਇੱਕ ਸ਼ਾਲ ਹੈ, ਜਾਂ ਇਹਦੇ ਮਾਇਨੇ ਇਹ ਨੇ ਕਿ ਉਹ ਪਾਵਰ ਕਿਸੇ ਨੂੰ ਟਰਾਂਸਫਰ ਕਰਨੀ, ਠੀਕ ਹੈ, ਇਹ ਮੈਂਟਲ, ਠੀਕ ਹੈ, ਇਹਦਾ ਮਤਲਬ। ਸੋ ਇਹ ਦੋ ਚੀਜ਼ਾਂ ਪੜ੍ਹੋ ਤਾਂ ਕਿ ਪਤਾ ਲੱਗੇ ਕਿ ਕਿਸ ਤਰ੍ਹਾਂ ਏਲੀਆ ਦਾ ਮੱਸਾ ਇਹਦੇ ਉੱਤੇ ਟਰਾਂਸਫਰ ਹੋਇਆ, ਬਲਕਿ ਡਬਲ ਹੋਇਆ, ਠੀਕ ਹੈ। ਇਹ ਥੋੜ੍ਹਾ ਜਿਹਾ, ਆਪਾਂ ਫਸਟ ਕਿੰਗ ਪਹਿਲਾ ਰਾਜੇ 19:9, ਹਾਂਜੀ, 19:9 ਫਿਰ 29, ਫਿਰ ਦੂਸਰਾ, ਹਾਂਜੀ, ਦੂਸਰਾ ਰਾਜੇ 2 ਦੀ, ਦੂਸਰਾ ਰਾਜਾ ਜੀ, ਪਹਿਲੇ ਉਹ ਪੜ੍ਹ ਦਿਓ ਪਲੀਜ਼। ਹਾਂਜੀ, ਪਹਿਲੇ ਰਾਜੇ 19:9 ਪੜ੍ਹਦੇ ਹਾਂ ਜੀ। ਉਹ 'ਚ ਵੀ ਲਿਖਿਆ ਹੈ, ਉੱਥੇ ਉਹ ਇੱਕ ਗੁਫਾ ਵਿੱਚ ਜਾ ਰਿਹਾ ਤਾਂ ਵੇਖੋ ਯਹੋਵਾ ਦਾ ਵਚਨ ਉਸ ਨੂੰ ਆਇਆ ਅਤੇ ਉਸ ਨੇ ਆਖਿਆ, ਹੇ ਏਲੀਆ, ਤੂੰ ਇੱਥੇ ਕੀ ਕਰਦਾ ਹੈ? ਹਾਂਜੀ, ਤੇ ਫਿਰ 19 ਆਇਤ ਵਿੱਚ ਲਿਖਿਆ ਹੈਗਾ, ਪਹਿਲੇ ਰਾਜਾ 19:19 ਦੇ ਵਿੱਚ ਲਿਖਿਆ ਹੈ, ਤਾਂ ਉਹ ਉੱਥੋਂ ਚੱਲ ਪਿਆ ਤੇ ਸ਼ਫਾਟ ਦੇ ਪੁੱਤਰ ਅਲੀਸ਼ਾ ਨੂੰ ਹਲ ਵਾਹੁੰਦਾ ਜਾ ਲੱਭਾ। ਉਹਨੂੰ 12 ਹਲਾਂ, ਉਹਦੀ 12 ਹਲਾਂ ਦੀ ਵਾਹੀ ਸੀ ਅਤੇ 12 ਜੋਗ ਦੇ ਮਗਰ ਉਹ ਆਪ ਸੀ ਜੀ। ਏਲੀਆ ਨੇ ਉਸ ਦੇ ਕੋਲੋਂ ਦੀ ਲੰਘ ਕੇ ਆਪਣੀ ਗੋਦੜੀ ਉਸ ਦੇ ਉੱਪਰ ਪਾ ਦਿੱਤੀ।
ਠੀਕ ਹੈ, ਗੋਦੜੀ, ਇਹ ਚੀਜ਼। ਅੱਛਾ, ਹੁਣ ਇਹਦੇ ਵਿੱਚ ਇੰਜ ਹੁੰਦਾ ਹੈ ਕਿ ਫਿਰ ਜਦੋਂ ਪਾ ਦਿੱਤੀ ਉਹ ਉਹਦੇ ਨਾਲ ਟੁਰ ਪਿਆ, ਠੀਕ ਹੈ। ਉਹ ਜਦੋਂ ਰਿਹਾ ਉਹਦੇ ਨਾਲ, ਫਿਰ ਇੱਕ ਵੇਲਾ ਆਇਆ ਕਿ ਦੂਸਰਾ ਕਿੰਗਸ ਦੇ ਵਿੱਚ ਅਸੀਂ ਦੇਖੀਏ ਤੇ 2 ਦੀ 9ਵੀਂ ਆਇਤ ਫਿਰ ਤੇ 12 ਤੋਂ 15 ਆਇਤ ਹੈ ਜੀ। ਹਾਂਜੀ ਹਾਂਜੀ, ਦੂਜੇ ਰਾਜਿਆਂ ਦੀ 2 ਦੀ 9 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਫਿਰ ਇਉਂ ਹੋਇਆ ਕਿ ਜਦ ਉਹ ਪਾਰ ਲੰਘ ਰਹੇ ਸਨ ਤਾਂ ਈਲੀਆ ਨੇ ਅਲੀਸ਼ਾ ਨੂੰ ਆਖਿਆ, ਇਹ ਤੋਂ ਪਹਿਲਾਂ ਕਿ ਮੈਂ ਤੇਥੋਂ ਲੈ ਲਿਆ ਜਾਵਾਂ, ਦੱਸ ਕਿ ਮੈਂ ਤੇਰੇ ਲਈ ਕੀ ਕਰਾਂ। ਅਤੇ ਅਲੀਸ਼ਾ ਬੋਲਿਆ, ਤੇਰੇ ਆਤਮਾ ਦਾ ਦੋਹਰਾ ਮੱਸਾ ਮੇਰੇ ਉੱਤੇ ਹੋਵੇ। ਹਾਂਜੀ, ਠੀਕ। ਤੇ ਫਿਰ ਅੱਗੇ ਇਹਦੀ 12 ਤੋਂ 15 ਹਾਂਜੀ ਜੀ। ਫਿਰ ਇਸ ਲਿਖਿਆ ਹੈ, ਅਤੇ ਇਹ ਵੇਖਿਆ ਕਿ ਅਲੀਸ਼ਾ ਉੱਚੀ ਦਿੱਤੀ ਬੋਲਿਆ, ਹੇ ਮੇਰੇ ਪਿਤਾ ਇਜ਼ਰਾਈਲ ਦੇ ਰੱਥ ਤੇ ਉਹਦੇ ਸਾਰਥੀ। ਪਰ ਜਦ ਉਹ ਉਸ ਨੂੰ ਫਿਰ ਨਾ ਵੇਖ ਸਕਿਆ ਤਾਂ ਉਸਨੇ ਆਪਣੇ ਕੱਪੜੇ ਫੜੇ ਅਤੇ ਉਸ ਨੂੰ ਪਾੜ ਕੇ 2 ਹਿੱਸੇ ਕੀਤੇ। ਤਦ ਉਹਨੇ ਅਲੀਸ਼ਾ ਦੀ ਗੋਦੜੀ ਵੀ ਜਿਹੜੀ ਉਹਦੇ ਉੱਤੇ ਡਿੱਗੀ ਸੀ ਚੁੱਕ ਲਿਆ ਅਤੇ ਮੁੜ ਦੀ ਯਰਦਨ ਦੇ ਕੰਢੇ ਉੱਤੇ ਖਲੋ ਗਿਆ। ਅੱਛਾ, ਹਾਂਜੀ, ਫਿਰ ਕੀ ਹੋਇਆ? ਅਤੇ ਉਹ ਗੋਦੜੀ ਜਿਹੜੀ ਅਲੀਸ਼ਾ ਉੱਤੇ ਡਿੱਗੀ ਸੀ ਲੈ ਕੇ ਪਾਣੀ ਉੱਤੇ ਮਾਰਿਆ ਅਤੇ ਆਖਿਆ, ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਕਿੱਥੇ ਹੈ? ਤੇ ਜਦ ਉਸਨੇ ਵੀ ਪਾਣੀ ਨੂੰ ਮਾਰਿਆ ਤਾਂ ਉਹ ਪਾੜ ਕੇ ਇੱਧਰ ਉੱਧਰ ਹੋ ਗਿਆ ਤੇ ਅਲੀਸ਼ਾ ਪਾਰ ਲੰਘ ਗਿਆ। ਓਕੇ, ਸੋ ਇਹ ਜੀ ਸੌਰੀ ਤਦ ਨਵੀਆਂ ਦੇ ਪੁੱਤਰਾਂ ਨੇ ਜਿਹੜੇ ਯਰੀਹੋ ਵਿੱਚ ਉਸਦੇ ਆਹਮੋ ਸਾਹਮਣੇ ਸਨ ਉਹਨੂੰ ਡਿੱਠਾ ਤਾਂ ਉਹ ਬੋਲੇ, ਏਲੀਆ ਦੀ ਆਤਮਾ ਅਲੀਸ਼ਾ ਉੱਤੇ ਠਹਿਰ ਗਿਆ ਹੈ। ਸੋ ਉਹ ਉਸ ਨੂੰ ਮਿਲਣ ਲਈ ਆਏ ਅਤੇ ਧਰਤੀ ਤੱਕ ਨਿਉ ਕੇ ਉਸ ਨੂੰ ਮੱਥਾ ਟੇਕਿਆ। ਸੋ ਏਲੀਆ ਦੀ ਆਤਮਾ ਜਿੱਥੇ ਵੀ ਯੂਜ਼ ਹੁੰਦਾ ਫਲਾਣੇ ਦੀ ਆਤਮਾ, ਦੇਖੋ ਇਹਦਾ ਮਤਲਬ ਹੈ ਉਹ ਅਨੋਇੰਟਿੰਗ ਦੀ ਗੱਲ ਹੋ ਰਹੀ ਹੈ। ਇਹਨੂੰ ਵੀ ਥੋੜਾ ਕਲੀਅਰ ਕਰ ਦਈਏ। ਜਿਸ ਤਰ੍ਹਾਂ ਲੂਕਾ 1 ਦੀ 17 ਦੇ ਵਿੱਚ ਇਹ ਕਿਹਾ ਗਿਆ ਹੈ ਕਿ ਏਲੀਆ ਦੀ ਆਤਮਾ ਯੂਹੰਨਾ ਬਪਤਿਸਮਾ ਦੇਣ ਵਾਲੇ ਉੱਤੇ ਆਏਗੀ ਜਾਂ ਉਹਦੇ ਵਿੱਚ ਉਹ ਚੱਲੇਗਾ। ਮੀਨਸ ਕਿ ਜਿਹੜੀ ਉਹਦੀ ਮਿਨਿਸਟਰੀ ਦੇ ਵਿੱਚ ਚੀਜ਼ਾਂ ਨੇ ਉਹ ਉਹ ਵੀ ਇਸੇ ਅਨਾਇੰਟਿੰਗ ਹੀ ਚੱਲੇਗਾ। ਰੂਹ ਦਾ ਮਤਲਬ ਇਹ ਨਹੀਂ ਕਿ ਉਹਦੀ ਰੂਹ ਆ ਗਈ ਹੈ ਨਾ, ਮਤਲਬ ਹੈ ਅਨਾਇੰਟਿੰਗ ਗੱਲ ਹੋ ਰਹੀ ਹੈ। ਸੋ ਮਤਲਬ ਇਹ ਹੁੰਦਾ ਹੈ ਕਿ ਉਹ ਉਹਨਾਂ ਲੋਕਾਂ ਨਾਲ ਜਦੋਂ ਰਹਿੰਦੇ ਨੇ ਤੇ ਉਹਨਾਂ ਉੱਤੇ ਜਿਹੜੀ ਗੋਦੜੀ ਹੈ ਉਹ ਉਹਨਾਂ ਉੱਤੇ ਟ੍ਰਾਂਸਫਰ ਹੁੰਦੀ, ਠੀਕ ਹੈ। ਹਾਂਜੀ, ਮਤਲਬ ਕਿ ਜਦੋਂ ਆਪਾਂ ਕਹਿੰਦੇ ਇਲਾਈਜਾ ਦੀ ਰੂਹ ਉੱਤੇ ਆ ਗਈ, ਉਹ ਇਲਾਈਜਾ ਦੀ ਰੂਹ ਨਹੀਂ, ਉਹ ਪਵਿੱਤਰ ਆਤਮਾ ਦੀ ਗੱਲ ਹੋ ਰਹੀ ਹੈ। ਉਹਦੀ ਅਨਾਇੰਟਿੰਗ ਪਵਿੱਤਰ ਆਤਮਾ ਤੋਂ ਬਣਾ ਹੋਈ। ਅੱਛਾ, ਅਨਾਇੰਟਿੰਗ ਕੀ ਹੈ? ਅਨਾਇੰਟਿੰਗ ਇਹ ਵੇ ਕਿ ਪਵਿੱਤਰ ਆਤਮਾ ਇਜ਼ ਗੋਡ। ਪਵਿੱਤਰ ਆਤਮਾ ਜਦੋਂ ਕਿਸੇ ਨੂੰ ਕੋਈ ਕੰਮ ਕਰਨ ਦੀ ਸ਼ਕਤੀ ਘੱਲਦਾ ਹੈ, ਦੈਟ ਇਜ਼ ਅਨਾਇੰਟਿੰਗ, ਅਭਿਸ਼ੇਕ। ਯਾਨੀ ਕਿਸੇ ਹੋਰ ਦੇ ਬਿਹਾਫ ਉੱਤੇ ਕੰਮ ਕਰਨੇ ਦੀ ਐਬਿਲਿਟੀ। ਸੋ ਅਸੀਂ ਕਹਿੰਦੇ ਹਾਂ ਨਾ ਪਾਕਰੂ ਆ ਗਿਆ, ਮੀਨਸ ਠੀਕ ਹੈ, ਉਹਦਾ ਮਸਾ ਆ ਗਿਆ ਜਿਹਦੇ ਥਾਈ ਕੰਮ ਪਵਿੱਤਰ ਆਤਮਾ ਪਵਿੱਤਰ। ਅੱਛਾ, ਹੁਣ ਮਸਾ ਕਿਹਦਾ ਵੇ? ਦਾ ਅਨੋਇੰਟਡ ਵਨ ਦਾ ਮਸਾ ਸਾਡੇ ਤੇ ਵੇ, ਹੈ ਨਾ। ਅੱਛਾ, ਪਹਿਲਾ ਯੂਹੰਨਾ ਹੈ ਨਾ 4 ਦੀ 27 20 ਤੇ 27 ਵੀ ਬੜੀਆਂ ਵਰਸਿਸ ਨੇ ਕਿ ਉਹ ਮਸੇ ਦੀ ਗੱਲ ਹੋ ਰਹੀ ਹੈ। ਸੋ ਅੱਛਾ, ਹੁਣ ਸਵਾਲ ਇਹ ਵੇ ਕਿ ਇਹ ਅਨੋਇੰਟਿੰਗ ਦਾ ਇੰਪਾਰਟ ਹੋਣਾ ਬਹੁਤ ਜ਼ਰੂਰੀ ਹੈ। ਫਰਜ਼ ਕੀਤਾ ਕਿਸੇ ਕੋਲ ਹੀਲਿੰਗ ਦਾ ਗਿਫਟ ਹੈ, ਹੀਲਿੰਗ ਦੀ ਗਿਫਟ ਹੈ, ਦਾਤ ਹੈ, ਉਹ ਫਿਰ ਮਿਨਿਸਟਰੀ ਲੈਵਲ ਜਾਣ ਲਈ ਉਹ ਫਿਰ ਜੇ ਚਰਚ ਵਿੱਚ ਕਿਸੇ ਕੋਲ ਇਹ ਨਹੀਂ, ਫਿਰ ਉਹ ਕਨੈਕਟ ਹੁੰਦੇ ਨੇ ਉਹ ਜਿਹੜੇ ਆਲਰੇਡੀ ਇਸ ਮਿਨਿਸਟਰੀ 'ਚ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਨਾਲ ਉਹ ਆਪਣਾ ਐਫੀਲੀਏਸ਼ਨ ਕਰਦੇ ਨੇ, ਉਹਨਾਂ ਨਾਲ ਉਹਨਾਂ ਦਾ ਤਲਕ ਹੁੰਦਾ ਹੈ, ਕਿਉਂਕਿ ਇਹ ਬੜਾ ਜ਼ਰੂਰੀ ਹੈ। ਚਾਹੇ ਉਹ ਇਸੇ ਚਰਚ 'ਚ ਰਹਿਣ, ਲੇਕਿਨ ਉਹ ਉੱਧਰੋਂ, ਕਿਉਂਕਿ ਇੰਪਾਰਟੇਸ਼ਨ ਦੀ ਗੱਲ ਹੋ ਰਹੀ ਹੈ।
ਮਿਸਾਲ ਦੇ ਤੌਰ ਤੇ ਕਿ ਮੂਸਾ ਨੂੰ ਯਹੋਵਾ ਪਾਕ ਖੁਦਾ ਨੇ ਕਿਹਾ ਕਿ ਜਿਹੜਾ ਯਸ਼ੂਆ ਹੈ ਨਾ ਉਹਦੇ ਉੱਤੇ ਹੱਥ ਰੱਖ ਤਾਂ ਕਿ ਮੈਂ ਅਨੋਇੰਟਿੰਗ ਜਿਹੜੀ ਹੈ ਉਹ ਇੰਪਾਰਟ ਕਰ ਸਕਾਂ ਇਹਦੇ ਵਿੱਚ ਕੀ ਕਹਿੰਦੇ ਨੇ ਡਿਟੋਰਨਮੀ ਵਿਵਸਥਾ ਸਾਰ 34 ਦੀ 9 ਦੇ ਵਿੱਚ। ਹੁਣ ਇਹ ਵੀ ਇੱਕ ਕੇਸ ਦੇਖੋ, ਕਿਉਂਕਿ ਅਸੀਂ ਇਹ ਦੇਖ ਰਹੇ ਹਾਂ ਕਿ ਬਾਜ਼ਕਤ ਇੰਪਾਰਟੇਸ਼ਨ ਉਹੀ ਇੰਪਾਰਟੇਸ਼ਨ ਜਿਹੜੀ ਹੈ ਉਹਦੇ ਤੇ ਇਹ ਵੀ ਪੜ੍ਹ ਦਿਓ। ਕਿਉਂਕਿ ਜੋ ਮੱਸਾ ਮੂਸਾ ਉੱਤੇ ਸੀ ਹੁਣ ਮੂਸਾ ਜਾ ਰਿਹਾ ਹੈ, ਠੀਕ ਹੈ। ਹੁਣ ਉਹ ਮਸਾ ਯਸ਼ੂਆ ਉੱਤੇ ਇਸ ਲਈ ਹੋ ਰਿਹਾ ਹੈ। ਇੱਥੇ ਕੀ ਲਿਖਿਆ ਸਰ ਜੀ? ਹਾਂਜੀ, ਡਿਟਰੋਨਮੀ ਵਿਵਸਥਾ ਸਾਰ 34 ਦੀ 9 ਵਿੱਚ ਲਿਖਿਆ ਹੈਗਾ, ਨੂਨ ਦਾ ਪੁੱਤਰ ਯਸ਼ੂਆ ਬੁੱਧੀ ਤੇ ਆਤਮਾ ਵਿੱਚ ਭਰਪੂਰ ਸੀ, ਕਿਉਂ ਜੋ ਮੂਸਾ ਨੇ ਆਪਣੇ ਹੱਥ ਉਸ ਉੱਤੇ ਰੱਖੇ ਸਨ। ਇਹ ਇੰਪਾਰਟੇਸ਼ਨ ਹੈ। ਅੱਛਾ, ਹੁਣ ਇਸ ਲਈ ਲੋਕ ਨੰਬਰ 1 ਕੇਸ ਇਹ ਵੇ ਕਿ ਉਹ ਉਹਨਾਂ ਨਾਲ ਕਨੈਕਟ ਹੁੰਦੇ ਨੇ ਔਰ ਉਹਨਾਂ ਦਾ ਅਨੋਇੰਟਿੰਗ ਉਹਨਾਂ ਉੱਤੇ ਇੰਪਾਰਟ ਹੁੰਦੀ ਹੈ। ਜਿਸ ਤਰੀਕੇ ਨਾਲ ਚਲੋ ਕਲਾਮ ਦੇ ਇਲਾਵਾ ਇੱਕ ਐਗਜ਼ਾਮਪਲ ਜਿਸ ਤਰ੍ਹਾਂ ਬੈਨੀਹੈਨ ਹੈ, ਬੈਨੀਹੈਨ ਇਹ ਕੈਥਰੀਨ ਕੋਲਮੈਨ ਦੀ ਮਿਨਿਸਟਰੀ ਜਿਹੜੀ ਖੁਦਾ ਦੀ ਖਾਦਮਾ ਰਹੀ ਹੈ, ਉਹਦੀ ਉੱਥੇ ਉਸ ਮੀਟਿੰਗ ਦੇ ਵਿੱਚ ਉਹਨਾਂ ਨਾਲ ਉਹਨਾਂ ਦਾ ਕਨੈਕਸ਼ਨ ਦੇ ਨਾਲ ਉਹ ਮਸਾ ਉਹਦੇ ਤੇ ਇੰਪਾਰਟ ਹੋ ਗਿਆ ਔਰ ਉਹ ਹੁਣ ਕੰਮ ਕਰ ਰਿਹਾ। ਹੁਣ ਇਹ ਜਿਹੜੀ ਦੇਖੋ ਇਹ ਏਲੀਆ ਕੋਲੋਂ ਤੇ ਉਹ ਗੁਦੜੀ ਜਾਂ ਕੀ ਕਹਿ ਲਓ ਚਾਦਰ ਆ ਗਈ ਕਿਹਦੇ ਕੋਲ? ਅਲੀਸ਼ਾ ਕੋਲ। ਇਹ ਅਲੀਸ਼ਾ ਜਦੋਂ ਮਰ ਗਿਆ ਤੇ ਉਹਦੀ ਚਾਦਰ ਵੀ ਨਾਲ ਹੀ ਟੁੱਟ ਗਈ। ਕਿੱਥੇ ਵਾਲਾ? ਉਹ ਗ੍ਰੇਵ ਵਿੱਚ, ਕਬਰ ਵਿੱਚ। ਅੱਜ ਇਹ ਦੇਖਣਾ ਹੈ, ਅਸੀਂ ਉਹ ਕੰਮ ਨਹੀਂ ਕਰਨਾ ਜਿਹੜੀ ਕਿ ਚਾਦਰ ਹੀ ਲੈ ਕੇ ਤੇ ਇਹ ਅੱਗੇ ਤੁਸੀਂ ਦਿੰਦੇ ਜਾਓ, ਠੀਕ ਹੈ। ਕਿਉਂਕਿ ਅੱਛਾ ਫਿਰ ਇੱਕ ਤੇ ਇਹ ਤਰੀਕਾ ਹੈ। ਹੁਣ ਸਵਾਲ ਇਹ ਪੈਦਾ ਹੋ, ਮੈਂ ਖੁਦ ਹੀ ਕਰ ਲਾਂ ਹੈ ਕਿ ਅਗਰ ਇਹ ਇੰਜ ਨਹੀਂ ਹੁੰਦਾ ਤੇ ਕਈ ਤੇ ਕਿਧਰੇ ਵੀ ਨਹੀਂ ਗਏ, ਪਾਲੂਸ ਰਸੂਲ ਹੋਰੀ ਹੈ ਨਾ। ਦੇਖੋ ਇਹ ਜਿਹੜਾ ਨਾ ਬਜ਼ੀਏਲ ਇੱਕ ਰਿਹਾ ਹੈ, ਬਜ਼ੀਏਲ ਉਹ ਪਹਿਲੀ ਤਾਂ ਇਹ ਵੀ ਜਰਮਾਇਆ 1 ਦੀ 17 ਆਇਤ ਪੜ੍ਹਿਓ। ਕਈ ਲੋਕਾਂ ਨੇ ਖੁਦਾ ਨੇ ਉਹਨਾਂ ਨੂੰ ਉੱਥੋਂ ਹੀ ਮਾਂ ਦੇ ਢਿੱਡ 'ਚੋਂ ਹੀ ਅਨੋਇੰਟ ਕੀਤਾ ਹੁੰਦਾ ਹੈ। ਜਿਸ ਤਰ੍ਹਾਂ ਪਾਲੂਸ ਹੋ ਗਿਆ ਕਿ ਜੀ ਮਾਂ ਦੇ ਢਿੱਡ 'ਚੋਂ ਮੈਂ ਅਨੋਇੰਟ ਕੀਤਾ, ਜਾਂ ਜਰਮਾਇਆ 1 ਦੀ 17 ਦੇਖਣਾ ਵਰਸ, ਠੀਕ ਹੈ। ਜਰਮਾਇਆ 1 ਦੀ 17 ਹਾਂ, ਇਹ ਉਹ ਕੋਟਾ ਹੈ ਕਿ ਅਗਰ ਇਹ ਗੁਦੜੀ ਨਾ ਵੀ ਮਿਲੇ ਲੇਕਿਨ ਅੰਡਰ ਦਿਸ ਅਨੋਇੰਟਿੰਗ ਉਹ ਕੰਮ ਕਰਦੇ ਨੇ, ਠੀਕ ਹੈ। ਇਹ ਕੀ ਸੀ? ਹਾਂ, ਜਰਮਾਇਆ 1 ਦੀ 17। ਹਾਂ, 1 ਦੀ 17। ਹਾਂਜੀ, ਇਸ ਵਿੱਚ ਲਿਖਿਆ ਹੈ ਸਾਰੀ ਕੂਚ 31 ਦੀ 1 ਤੋਂ 3 ਵੀ ਇਹ ਬਜ਼ੀਏਲ ਇਹ ਖੁਦਾ ਨੇ ਇਹ ਵੀ ਕਿਹਾ ਹੈ ਨਾ। ਫਿਰ ਗਿਣਤੀ ਨੰਬਰਸ ਲਿਖ ਲਓ, ਇਹ ਜ਼ਰੂਰ ਪੜ੍ਹ ਦਿਓ ਹੈ ਨਾ। ਗਿਣਤੀ ਨੰਬਰਸ 11 ਦੀ ਨੰਬਰਸ, ਇੱਕ ਮਿੰਟ ਸਰ ਜੀ ਦੇਖ ਲੈਣ ਦਿਓ। ਨੰਬਰਸ ਸੌਰੀ, ਅੱਛਾ ਤੁਸੀਂ ਪਹਿਲੇ ਇਹ ਪੜ੍ਹ ਦਿਓ। ਜਰਮਾਇਆ 1 ਦੀ 17। ਹਾਂਜੀ, 1 ਦੀ 17 ਹੈ ਨਾ ਜੀ। ਉਹਦੇ ਵਿੱਚ ਲਿਖਿਆ ਹੈ ਤੂੰ ਆਪਣਾ 1 ਦੀ 5 1 ਦੀ 17 ਸੀ ਜਰਮਾਇਆ, ਤੁਸੀਂ ਕਿਹਾ। ਅੱਛਾ ਹਾਂ, 5 ਤੂੰ ਆਪਣਾ ਲੱਕ ਬੰਨ੍ਹ ਕੇ ਖਲੋ ਜਾ, ਉਹ ਸਭ ਜੋ ਮੈਂ ਤੈਨੂੰ ਹੁਕਮ 1 ਦੀ 5 ਸਰ ਸੌਰੀ ਓਕੇ। ਉਹ ਜਰਮਾਇਆ 1 ਦੀ 5 ਵਿੱਚ ਲਿਖਿਆ ਹੈਗਾ, ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਢਿੱਡ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸਾਂ, ਉਸ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿਕਲਿਆ ਮੈਂ ਤੈਨੂੰ ਵੱਖਰਾ ਕੀਤਾ ਜੀ, ਮੈਂ ਤੈਨੂੰ ਕੌਮਾਂ ਲਈ ਨਬੀ ਥਾਪਿਆ। ਹਾਂ, ਸੋ ਇਹ ਖੁਦਾ ਦੀ ਪਲੈਨਿੰਗ ਦੇ ਵਿੱਚ ਸੀ ਕਿ ਇਹ ਕਈਆਂ ਨੂੰ ਇਸ ਤਰ੍ਹਾਂ ਵੀ ਹੋਇਆ ਹੈ ਨਾ। ਤੇ ਇਹ ਜਿਹੜਾ ਹੈ ਇਹਦਾ ਮਤਲਬ ਹੈ ਕਿ ਉਹਨੇ ਪਹਿਲੇ ਹੀ ਡਿਸਾਈਡ ਕੀਤਾ ਹੁੰਦਾ ਹੈ ਨਾ। ਹਾਲਾ ਯੂਹੰਨਾ ਬਪਤਿਸਮਾ ਦੇਣ ਵਾਲਾ
ਉਹਦੇ ਤੇ ਇਹ ਅਨਾਇੰਟਿੰਗ ਸੀਗੀ। ਯਿਸੂ ਨੂੰ ਉਸ ਪ੍ਰੋਸੈਸ ਵਿੱਚੋਂ ਗੁਜ਼ਰਨਾ ਪੈ ਗਿਆ। ਸੋ ਜ਼ਰੂਰੀ ਵੀ ਨਹੀਂ ਕਿ ਅਗਰ ਕੋਈ ਕਿਸੇ ਨਾਲ ਨਹੀਂ ਹੁੰਦਾ, ਇਹ ਵੀ ਇੱਕ ਖੁਦਾ ਉਹਨੂੰ ਇੱਕ ਉਹਦੇ ਵੱਲੋਂ ਉਹਨੂੰ ਕਵਰੇਜ ਹੁੰਦੀ ਹੈ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਇਹ ਵੇ ਕਿ ਉਹ ਲੋਕ ਜ਼ਰੂਰ ਉਹ ਮਸਾ ਜਦੋਂ ਉਹਨਾਂ ਤੇ ਆਉਂਦਾ ਹੈ, ਆਪਰੇਟ ਹੁੰਦਾ ਹੈ, ਫਿਰ ਉਹ ਹੌਲੇ ਹੌਲੇ ਇਸ ਪਬਲਿਕ ਸੈਕਟਰ ਉੱਤੇ ਉਤਰਦੇ ਨੇ, ਕਿਉਂਕਿ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਤੇ। ਜੀ ਹਾਂਜੀ ਹਾਂ ਬਿਲਕੁਲ ਜੀ। ਇਹ ਕਿਹਾ ਹੈਗਾ ਜੇ ਤੁਹਾਨੂੰ ਅਨੋਇੰਟ ਨਹੀਂ ਕੀਤਾ ਗਿਆ, ਜੇ ਤੁਹਾਨੂੰ ਅਪੁਆਇੰਟ ਨਹੀਂ ਕੀਤਾ ਗਿਆ ਤਾਂ ਉਹ ਗੱਲ ਨਹੀਂ ਬਣਨੀ ਜੀ। ਹਾਂਜੀ ਹਾਂ ਅਨੋਇੰਟਿੰਗ ਤੇ ਅਪੁਆਇੰਟਮੈਂਟ ਇਹ if you're not called for, if you're not anointed for, ਜੇ ਤੁਹਾਡੀ ਕਾਲਿੰਗ ਨਹੀਂ ਹੈਗੀ ਤਾਂ ਤੁਸੀਂ ਅਨੋਇੰਟਿੰਗ ਨਹੀਂ ਹੈਗੀ ਤਾਂ ਫਿਰ ਉਹ ਖੁਦਾ ਅੰਦਰੋਂ ਨਹੀਂ। ਦੇਖੋ ਇੱਕ ਕੋਈ ਤੁਸੀਂ ਸਟੱਡੀਜ਼ ਕੀਤੀਆਂ ਨੇ ਜਿਹੜੀ ਗਾਈਡੈਂਸ ਫॉर ਮਿਨਿਸਟਰੀ ਹੈਗੀ ਹੈ। ਹਾਂਜੀ ਠੀਕ ਹੈ। ਹਾਂਜੀ ਹਾਂਜੀ ਉਹ ਜ਼ਰੂਰ ਜਿੰਨੀਆਂ ਵੀ 3-4 ਨੇ ਉਹ ਦੇਖੀਆਂ ਜਾਣ। ਇਹ ਮਜ਼ੀਦ ਅੱਗੇ ਵੇਖ ਕੇ ਕਿੰਜ ਲੋਕ ਆਣ ਕੇ ਵੀ ਜਿਹੜੇ ਨੇ ਉਹ ਫੇਲ ਹੋ ਜਾਂਦੇ ਨੇ ਆਪਣੀ ਬੇਵਕੂਫੀਆਂ ਨਾਲ। ਇਸ ਯਾਨੀ ਦਾਤ ਤੋਂ ਮਿਨਿਸਟਰੀ ਲੈਵਲ ਤੇ ਆਏ, ਅੱਗੋਂ ਉੱਥੇ ਵੀ ਕੁਆਲੀਫਾਈ ਨਹੀਂ ਕਰ ਸਕਦੇ। ਜਿਸ ਤਰ੍ਹਾਂ ਇੱਕ ਡਾਕਟਰ ਹੁੰਦਾ ਹੈ, ਉਹਦੇ ਬਾਅਦ ਹੀ ਉਹਨੇ FRCS ਕਰਨੀ ਹੁੰਦੀ ਹੈ, ਉਹ ਉਸ ਐਗਜ਼ਾਮ ਵਿੱਚ ਜਾਂਦਾ, ਕਈ ਡਾਕਟਰ ਫੇਲ ਹੋ ਜਾਂਦੇ। ਸੋ ਬਹੁਤ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਨੇ ਗਾਈਡੈਂਸ ਫॉर ਮਿਨਿਸਟਰੀ ਦੀਆਂ ਕੁਝ ਟੀਚਿੰਗਸ ਤੁਹਾਡੇ ਕੋਲ ਹੈ ਨੇ, ਉਹ ਦੱਸ ਦਿਓ, ਲੋਕ ਸੁਣ ਲੈਣ ਤਾਂ ਕਿ ਇਹ ਸਾਰੀਆਂ ਡਿਟੇਲ ਵਿੱਚ ਗੱਲ ਹੋ ਸਕੇ। ਸੋ ਕਹਿਣ ਦਾ ਮਤਲਬ ਇਹ ਵੇ ਕਿ ਅਨਾਇੰਟਿੰਗ ਉਹਨਾਂ ਦੇ ਅੰਡਰ ਬਹੁਤ ਕੁਝ ਸਿੱਖਦੇ ਨੇ, ਸਿੱਖ ਕੇ ਫਿਰ ਉਹ ਮਸਾ ਉਹਨਾਂ ਉੱਤੇ ਹੁੰਦਾ ਹੈ ਤੇ ਉਹ ਫਿਰ ਗਾਂ ਚੱਲਦੇ ਨੇ। ਹਾਂਜੀ ਬਿਲਕੁਲ ਜੀ। ਠੀਕ ਹੈ। ਬਾਈਬਲ ਆਪਣੇ ਪੜ੍ਹਨਾ ਜੀ ਕੁਝ 31 ਇੱਕ ਤਾਂ ਵੀ ਪੜ੍ਹਨੀ ਹੈ, ਕੁਝ ਹੋਰ ਤਾਂ ਨਹੀਂ ਪੜ੍ਹਨਾ ਕੁਝ। ਹਾਂਜੀ ਦੇਖ ਲਓ, ਠੀਕ ਹੈ। ਮਤਲਬ ਇਹ ਸੀ ਕਿ ਖੁਦਾ ਨੇ ਵੀ ਕਿਹਾ ਇਹ ਜਿਹੜੇ 70 ਐਲਡਰ ਨੇ ਨਾ, ਇਹਨਾਂ ਨੂੰ ਗਿਣਤੀ ਵਿੱਚ ਨੰਬਰ 'ਚ ਇਹਨਾਂ ਨੂੰ ਤੂੰ ਲੈ ਆ ਤੇ ਮੈਂ ਤੇਰੇ ਨਾਲ ਹੋ ਕੇ ਤੇਰੀ ਰੂਹ ਵਿੱਚੋਂ ਰੂਹ ਮੀਨਸ ਅਨਾਇੰਟਿੰਗ, ਤੇਰੀ ਅਨਾਇੰਟਿੰਗ ਦੇ ਵਿੱਚੋਂ ਇਹਨਾਂ ਨੂੰ ਮੈਂ ਦੇ ਤਾਂ ਕਿ ਤੇਰੇ ਥੋੜਾ ਭਾਰ ਘਟ ਜਾਏਗਾ। ਆ ਗਿਆ ਨਾ ਦੇਖਾ। ਸੋ ਬਾਤ ਇਹ ਵੇ ਕਿ ਬਹੁਤ ਜ਼ਰੂਰੀ ਹੈ। ਹੁਣ ਕਈ ਕਹਿੰਦੇ ਨੇ ਜੀ ਕਿ ਸਾਨੂੰ ਕਾਹਦੀ ਲੋੜ ਹੈ, ਉਹ ਫਿਰ ਡੈਵਲ ਉਹਨਾਂ ਨੂੰ ਹੰਟ ਕਰ ਜਾਂਦਾ ਹੈ, ਇਸ ਲਈ ਕਿ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਚੱਲਦੇ। ਕਿਉਂਕਿ ਫਿਰ ਉਹਦੇ ਨਾਲ ਪਰਮੇਸ਼ਰ ਦੀ ਪ੍ਰੋਟੈਕਸ਼ਨ ਜਿਹੜੀ ਹੁੰਦੀ ਆ, ਉਹ ਜਦੋਂ ਜਿੱਥੇ ਪਰਮੇਸ਼ਰ ਨੇ ਚੁਣਿਆ ਹੈ ਤੇ ਅਨੋਇੰਟ ਕੀਤਾ, ਉੱਥੇ ਉਹਦੀ ਪ੍ਰੋਟੈਕਸ਼ਨ ਹੈਗੀ। ਪ੍ਰੋਟੈਕਸ਼ਨ ਹਾਂਜੀ, ਨਹੀਂ ਤਾਂ ਫਿਰ ਉਹਦੀ ਔਰ ਫਿਰ ਅਗਰ ਕੋਈ ਦਾਤ ਹੈ ਉਹ ਚਰਚ ਲੈਵਲ ਤੇ ਠੀਕ ਹੈ, ਖਾਨਦਾਨ ਇਮੀਡੀਏਟ ਫੈਮਿਲੀ ਠੀਕ ਹੈ, ਲੇਕਿਨ ਅਗਰ ਉਹੀ ਬੰਦਾ ਪਬਲਿਕ ਸੈਕਟਰ ਤੇ ਜਾਏਗਾ ਔਰ ਇਹ ਪ੍ਰੋਸੈਸਿਸ ਨਹੀਂ ਹੋਣਗੇ ਤੇ ਕੁਝ ਅਰਸੇ ਬਾਅਦ ਉਹ ਪਿਕਚਰ ਵਿੱਚੋਂ ਹੀ ਆਊਟ ਹੋ ਜਾਂਦਾ ਹੈ। ਸੋ ਬਹੁਤ ਜ਼ਰੂਰੀ ਹੈ ਕਿ ਉਸੇ ਖਿਦਮਤ ਦੀ, ਜਿਸ ਤਰ੍ਹਾਂ ਤੁਸੀਂ ਅਨਾਇੰਟ ਪੁਆਇੰਟ ਜਾਂ ਬੁਲਾਏ ਗਏ ਜਿਹੜੇ ਹੁੰਦੇ ਨੇ, ਉਹਨਾਂ ਦੀ ਅਨਾਇੰਟਿੰਗ ਦੇ ਵਿੱਚ ਹੀ ਉਹ ਮੂਵ ਕਰਨ ਤੇ ਅੱਛਾ ਰਹਿੰਦਾ ਹੈ, ਕਿਉਂਕਿ ਉਹ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਨੇ। ਜਿਸ ਤਰ੍ਹਾਂ ਏਲੀਆ ਤੋਂ ਅਲੀਸ਼ਾ ਨਾਲ ਹੀ ਰਿਹਾ। ਦੇਖੋ ਜੀ ਉਹ ਤੇ 12 ਜੋੜੀਆਂ, ਉਹ ਕੋਈ ਮਾਮੂਲੀ ਬੰਦਾ ਨਹੀਂ ਸੀ, ਬੜਾ ਅਮੀਰ ਬੰਦਾ ਸੀ ਤੇ ਉਹ ਉਹਦੇ ਨਾਲ ਲੱਗਿਆ, ਫਿਰ ਉਹਦੇ ਨਾਲ ਕਨੈਕਟ ਰਿਹਾ। ਕਨੈਕਸ਼ਨ ਬਹੁਤ ਜ਼ਰੂਰੀ ਹੈ, ਤਾਂ ਉਹ ਮਸਾ ਆਪਰੇਟ ਹੁੰਦਾ ਹੈ। ਠੀਕ ਹੈ। ਸੈਮੂਅਲ ਇੱਕ ਜਗ੍ਹਾ, ਹੁਣ ਟਾਈਮ ਵੀ ਹੋ ਰਿਹਾ, ਇੱਕ ਜਗ੍ਹਾ ਸੈਮੂਅਲ ਦਾਊਦ ਕੋਲ ਆਇਆ, ਉਹਨੇ ਕਿਹਾ ਕੁਝ ਕੰਮ ਸਨ ਗਲਤ ਜਿਹੜੇ ਉਹਦੇ ਮੁਤਲਕ ਦੱਸਦੇ ਸਨ, ਤੇ ਉਹ ਚੂੰਕਿ ਉਹਦਾ ਕਨੈਕਸ਼ਨ ਇੰਨਾ ਨਹੀਂ, ਉਹਨੇ ਨਾ ਉਹਦਾ ਇਹ ਗੁਦੜੀ ਖਿੱਚਣ ਦੀ ਕੀਤੀ ਪਰ ਨਹੀਂ ਲੈ ਸਕਿਆ। ਕਿਉਂ? ਕਿਉਂਕਿ ਕਨੈਕਸ਼ਨ ਦਾ ਹੋਣਾ ਬੜਾ ਜ਼ਰੂਰੀ ਹੈ। ਸੋ ਜਿਹਦੇ ਕੋਲ ਜਿਹੜੀ ਦਾਤ ਹੈ, ਉਹ ਪਲੀਜ਼ ਉਹਨਾਂ ਲੋਕਾਂ ਕੋਲ ਜਿਹੜੇ ਮੌਜੂਦਾ ਖਿਦਮਤ ਕਰ ਰਹੇ ਨੇ, ਉਹਨਾਂ ਦੀ ਫੇਥ ਸਟੇਟਮੈਂਟ ਵੇਖ ਕੇ ਤੇ ਉਹਨਾਂ ਨਾਲ ਜੁੜ ਜਾਣ ਤੇ ਨਾਲ ਆਪਣੇ ਚਰਚ ਨੂੰ ਨਾ ਛੱਡਣ, ਔਰ ਉੱਥੋਂ ਉਸ ਤਰੀਕੇ ਨਾਲ ਉਹਨਾਂ ਨਾਲ ਉਹ ਮਸਾ ਆਪਰੇਟ ਹੋਏਗਾ, ਜਿਹਦੀ ਵਜ੍ਹਾ ਨਾਲ ਫਿਰ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਬਲੈਸਿੰਗ ਦੇ ਕੇ, ਕੀ ਕਹਿੰਦੇ ਨੇ, ਮੈਂਟਲ ਦੇ ਕੇ, ਅਨਾਇੰਟਿੰਗ ਦੇ ਕੇ ਤੇ ਉਹ ਰਿਲੀਜ਼ ਕਰਦੇ ਨੇ। ਫਿਰ ਉਹ ਜਦੋਂ ਜਾਂਦੇ ਨੇ ਤੇ ਇਸ ਤਰੀਕੇ ਨਾਲ, ਤੇ ਮੈਂਟਲ ਜੇ ਕਿਸੇ ਕੋਲ ਹੈ ਖਿਦਮਤ, ਉਹ ਲੈ ਕੇ ਅਲੀਸ਼ਾ ਵਾਲੀ ਗੱਲ ਕਬਰ ਵਿੱਚ ਨਾ ਚਲੀ ਜਾਏ, ਉਹ ਦਿੰਦੇ ਜਾਓ ਤਾਂ ਕਿ ਖੁਦਾ ਦਾ ਕੰਮ ਹੋ ਸਕੇ।
ਠੀਕ ਹੈ। ਹਾਂਜੀ, ਤੇ ਕਾਲਿੰਗ ਹੋਣੀ ਜ਼ਰੂਰੀ ਹੈ, ਅਨੋਇੰਟਿੰਗ ਆਪਾਂ ਦੇਖਿਆ ਹੋਣੀ ਜ਼ਰੂਰੀ ਹੈਗੀ ਹੈ, ਤੇ ਅਪਾਇੰਟਮੈਂਟ ਤੇ ਫਿਰ ਸੈਂਡਿੰਗ ਹੋਣੀ ਜ਼ਰੂਰੀ ਹਾਂਜੀ ਇਹ ਤੇ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਆ। ਤੇ ਆਪਾਂ ਇੱਥੇ ਸਮਾਂ ਕਾਫੀ ਹੋ ਗਿਆ ਜੀ, ਆਪਾਂ ਹੁਣ ਇੱਥੇ ਬਾਈਬਲ ਸਟੱਡੀ ਫਿਨਿਸ਼ ਕਰਦੇ ਹਾਂ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਜੋ ਕੁਛ ਵੀ ਪਵਿੱਤਰ ਆਤਮਾ ਦੁਆਰਾ ਅਸੀਂ ਸਿੱਖਿਆ ਉਹ ਸਭ ਬੱਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਰੱਖਦੇ ਹਾਂ, ਪ੍ਰੋਟੈਕਟ ਕਰਦੇ ਹਾਂ ਤਾਂ ਕਿ ਦੁਸ਼ਮਣ ਇਸ ਦੇ ਵਿੱਚ ਕੋਈ ਹੇਰਾਫੇਰੀ ਨਾ ਕਰ ਸਕੇ। ਔਰ ਹਰ ਇੱਕ ਮਸੀਹੀ ਭੈਣ ਭਰਾ ਜਿਸ ਨੂੰ ਜਿਸ ਮਕਸਦ ਦੇ ਲਈ ਆਪ ਨੇ ਚੁਣਿਆ ਹੈ, ਜਿਸ ਮਕਸਦ ਲਈ ਆਪ ਨੇ ਬੁਲਾਇਆ ਹੈ, ਜੋ ਬੁਲਾਵਟ ਹੈ, ਉਸ ਮੁਤਾਬਕ ਚੱਲ ਸਕੇ, ਅਨੋਇੰਟ ਹੋ ਸਕੇ ਔਰ ਪਰਮੇਸ਼ਰ ਪਿਤਾ ਤਾਂ ਕਿ ਆਪ ਦੇ ਰਾਜ ਦੇ ਲਈ ਕੰਮ ਵੱਧ ਚੜ੍ਹ ਕੇ ਹੋ ਸਕੇ। ਔਰ ਪਰਮੇਸ਼ਰ ਪਿਤਾ ਆਪ ਦੇ ਨਾਮ ਨੂੰ ਵੱਧ ਜਲਾਲ ਮਿਲੇ। ਪਰਮੇਸ਼ਰ ਪਿਤਾ ਹਰ ਇੱਕ ਦੇ ਲਈ ਇਹ ਬਰਕਤ ਮੰਗਦੇ ਹਾਂ। ਪਰਮੇਸ਼ਰ ਪਿਤਾ ਸਾਡਾ ਜੀਵਣਾ ਜਿਹੜਾ ਹੈ ਦੁਨਿਆਵੀ ਨਾ ਰਹੇ, ਆਪ ਸਾਡੀਆਂ ਅੱਖਾਂ ਆਪ ਉੱਪਰ ਲੱਗੀਆਂ ਰਹਿਣ ਪਰਮੇਸ਼ਰ ਪਿਤਾ, ਔਰ ਆਪ ਦੀ ਆਵਾਜ਼ ਪਵਿੱਤਰ ਆਤਮਾ ਦੀ ਆਵਾਜ਼ ਸੁਣ ਕੇ ਉਸ ਮੁਤਾਬਕ ਚੱਲ ਸਕੀਏ। ਔਰ ਇਹ ਸਭ ਕੁਝ ਮੰਨਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।